ਸਲਾਮੁਅਲੈਕਮ ਜੀ। ਲੋ ਜਨਾਬ, ਅਸੀਂ ਨਾ ਤੁਹਾਨੂੰ ਗੱਲ ਸੁਣਾਉਣ ਲਈ ਸੀ ਬਈ ਤਾਲੀਮ ਦੀ, ਮੋਬਾਈਲ ਦੀ, ਇਹ ਜਿਹੜੀ ਟਿਕਟਾਕ, ਫੇਸਬੁੱਕ, YouTube ਹੈ, ਸਾਰਾ ਜੋ ਵੀ ਹੈ ਇਹਦੇ 'ਚ ਜਿੰਨਾ ਵੀ ਜ਼ਹਿਰ ਜਨਾਬ ਮੇਰੀ ਘੋਲੇ ਹੈ ਉਹ ਅਸੀਂ ਤੁਹਾਨੂੰ ਗੱਲ ਸੁਣਾਉਣ ਲਈ ਸੀ। ਤਾਲੀਮ ਦੀ, ਪੈਸੇ ਦੀ ਸਾਰੀ ਗੱਲ ਤੁਹਾਨੂੰ ਦੱਸਣੇ ਆ, ਨਾਲੇ ਤੁਹਾਨੂੰ ਵਿਜ਼ਿਟ ਕਰਾਣੇ ਆ ਵੀ ਅਸੀਂ ਇਹ ਮੁੰਜੀ ਵੱਢਣੇ ਵਾਸਤੇ ਆਏ ਹਾਂ। ਤੇ ਕੈਮਰਾਮੈਨ ਸਾਹਿਬ ਇਹ ਮੁੰਜੀ ਵੀ ਨਾਲੇ ਦੱਸ ਦਿਓ, ਤੇ ਨਾਲੇ ਤੁਹਾਨੂੰ ਨਾਲ ਗੱਲ ਸੁਣਾਉਂਦੇ ਹਾਂ। ਔਰ ਗੱਲ ਵੀ ਐਡੀ ਮਜ਼ਬੂਤ ਤੁਹਾਨੂੰ ਸੁਣਾਵਾਂਗੇ ਕਿ ਜੇ ਸਮਝਦਾਰ ਵਾਸਤੇ ਜਿਹੜਾ ਨਾ ਉਹ ਇਸ਼ਾਰਾ ਹੀ ਕਾਫੀ ਹੁੰਦਾ ਬਈ ਤਾਲੀਮ ਦੇ ਜਿਹੜੇ ਨੇ ਨਾ ਉਹ ਫਾਇਦੇ ਨੇ ਤੇ ਫਿਰ ਉਹਦੇ ਨੁਕਸਾਨ ਕਿੰਨੇ ਨੇ। ਮੈਂ ਤੁਹਾਨੂੰ ਆਪਣੇ ਇੱਕ ਪਿੰਡ ਦੀ ਗੱਲ ਸੁਣਾਉਣ ਲਿਆ ਅੱਜ ਬਈ ਇਹ 100% ਜਿਹੜੀ ਹੈ ਨਾ ਉਹ ਸੱਚੀ ਗੱਲ ਹੈ। ਬਈ ਇੱਕ ਸਾਡੇ ਪਿੰਡ ਦੀ ਨਾ ਬੀਬੀ ਸੀ ਤੇ ਉਹਨਾਂ ਦੇ ਔਲਾਦ ਕੋਈ ਨਹੀਂ ਸੀ, ਠੀਕ ਹੈ, ਬੱਚੇ ਕੋਈ ਨਹੀਂ ਸੀ। ਤੇ ਉਂਝ ਵੈਸੇ ਅੱਲਾਹ ਤਾਲਾ ਦੀ ਉਹਦੇ ਤੇ ਬੜੀ ਕਰਮ ਨਵਾਜ਼ੀ ਸੀ ਵੀ ਉਹ ਖੁਦ ਇੱਕ ਡਾਕਟਰ ਸੀ, ਸਟਾਫ ਸੀ ਹਸਪੀਟਲ ਦੇ ਵਿੱਚ ਨਾ, ਹਸਪਤਾਲ ਦੇ ਵਿੱਚ ਲੱਗੀ ਸੀ, ਲੇਕਿਨ ਅੱਲਾਹ ਤਾਲਾ ਨੇ ਔਲਾਦ ਨਹੀਂ ਸੀ ਦਿੱਤੀ। ਉਹਨੇ ਆਪਣੀ ਸਮਝ ਲਓ ਬਈ ਕੋਈ ਭਾਣਜੀ ਸੀ ਜਾਂ ਭਤੀਜੀ ਸੀ, ਚਲੋ ਉਹਦੀ ਲੱਗਦੀ ਸੀ, ਉਹਨਾਂ ਨੇ ਨਾ ਉਹਨਾਂ ਦਾ ਤਰਲਾ ਕੀਤਾ ਤੇ ਉਹਨਾਂ ਨੇ ਜਿਹੜਾ ਉਹ ਰਿਸ਼ਤਾ ਕਿ ਉਹਨਾਂ ਨੂੰ ਬੇਟੀ ਦੇ ਦਿੱਤੀ ਕਿ ਵੀ ਤੁਸੀਂ ਜਿਹੜਾ ਨਾ ਇਹਨੂੰ ਪਾਲ ਲਓ, ਵੱਡਿਆਂ ਕਰ ਲਓ। ਛੋਟੀ ਜੀ ਬੱਚੀ ਉਹਨਾਂ ਨੇ ਲਈ, ਉਹਦੇ ਉੱਤੇ ਉਹਨਾਂ ਦੀ ਸਮਝ ਲਓ ਸਾਰੀ ਜਮ੍ਹਾਂ ਪੂੰਜੀ ਉਸ ਬੀਬੀ ਨੂੰ ਮੈਂ ਰੋਂਦਿਆਂ ਆਪਣੀ ਅੱਖਾਂ ਨਾਲ ਦੇਖਿਆ ਕਿ ਉਹ ਕੋਈ 70 ਲੱਖ ਰੁਪਈਆ ਉਹਨਾਂ ਨੇ ਉਸ ਕੁੜੀ ਤੇ ਇਸ ਵਾਸਤੇ ਲਾਇਆ ਸੀ ਕਿ ਭਈਆ ਡਾਕਟਰ ਬਣ ਜਾਏਗੀ। ਤੂੰ 70 ਲੱਖ ਰੁਪਈਆ ਮੂੰਹ ਨਾਲ ਤੇ ਆਖ ਸੜੀਦਾ, ਲੇਕਿਨ ਯਕੀਨ ਕਰੋ ਵੀ ਇਹ ਜਦੋਂ ਬੰਦਾ ਡਾਕਟਰ ਬਣ ਜਾਂਦਾ ਨਾ ਤੇ ਚਲੋ ਕੋਈ ਸ਼ਾਦੋ ਨਾਦਰ ਤੇ ਹੋਵਣ ਦੇ ਜਿਹੜੇ ਕਰੋੜਪਤੀ ਨੇ, ਲੇਕਿਨ ਜ਼ਿਆਦਾ ਗਰੀਬ ਲੋਕ ਆਪਣਾ ਜਿਹੜਾ ਨਾ ਖਾਣ ਪੀਣ ਔਰ ਕੱਪੜਾ ਜੁੱਤੀ ਔਰ ਜਨਾਬ ਮੇਰੀ ਘਰ ਦੇ ਕਈ ਐਸੇ ਕੰਮ ਨੇ ਜਿਹੜੇ ਛਡਾ ਕੇ ਥੋੜਾ ਖਾ ਕੇ ਤੇ ਬੱਚੇ ਨੂੰ ਪੜ੍ਹਾਉਂਦੇ ਨੇ ਵੀ ਚਲੋ ਇਹਦੀ ਤਰਬੀਅਤ ਹੋ ਜੇਦੀ, ਇਹ ਕੋਈ ਅਫਸਰ ਲੱਗ ਜਾਏਦਾ, ਕਿਸੇ ਮਹਿਕਮੇ 'ਚ ਟੁਰ ਜਾਏਗਾ ਤੇ ਸਾਨੂੰ ਫਾਇਦਾ ਹੋਵੇਗਾ। ਜਾਂ ਲੋਕ ਯਾਦ ਕਰਨ ਦੇ ਵੀ ਯਾਰ ਫਲਾਣੇ ਦਾ ਧੀ ਪੁੱਤਰ ਬਈ ਕਿਸੇ ਮਹਿਕਮੇ ਵਿੱਚ ਕੋਈ ਅਫਸਰ ਹੈ, ਉਹਨਾਂ ਧੀ ਨੂੰ ਚੁੱਕਿ ਉਹ ਮੈਡੀਕਲ ਦੀ ਫੀਲਡ ਵਿੱਚ ਹੈ ਤੇ ਉਹਨਾਂ ਨੇ ਨਾ ਉਸ ਬਾਜੀ ਨੇ ਉਸ ਬੱਚੀ ਨੂੰ ਪੜ੍ਹਾਇਆ ਤੇ ਪੜ੍ਹਾ ਕੇ ਤੇ ਉਹਨੂੰ ਡਾਕਟਰ ਵਾਸਤੇ ਜਿਹੜਾ ਨਾ ਉਹਦੀ ਟ੍ਰੇਨਿੰਗ ਦਿੱਤੀ ਗਈ ਕਿ ਬਈ, ਲੇਕਿਨ ਉਹ ਐਨੇ ਪੈਸੇ ਲਾਉਣ ਤੋਂ ਬਾਅਦ ਚਾਈਨਾ 'ਚ ਵੀ ਇੱਕ ਵਾਰੀ ਉਹਨਾਂ ਨੇ ਕੋਈ 2 ਸਾਲ ਵਾਸਤੇ ਭੇਜੀ। ਉਹ ਜਦੋਂ ਵਾਪਸ ਆਈ ਤੇ ਉਹ ਫੇਲ ਹੋ ਗਈ, ਹਾਲਾਂਕਿ ਚਾਈਨਾ ਦੀ ਡਿਗਰੀ ਚਲੋ ਜ਼ਰਾ ਸੌਖੀ ਹੈ, ਲੇਕਿਨ ਜਦੋਂ ਉਹ ਫੇਲ ਹੋ ਗਈ ਫਿਰ ਉਹਨਾਂ ਨੇ ਜਨਾਬ ਮੇਰੇ ਇੱਥੇ ਘਰ ਹੀ ਉਹਨੂੰ ਰੱਖਿਆ ਤੇ ਘਰ ਹੀ ਉਹ ਕੋਸ਼ਿਸ਼ ਦੁਬਾਰਾ ਤੋਂ ਜਿਸ ਵਕਤ ਕਰਦੇ ਸੀ ਪਏ ਤੇ ਉਦੋਂ ਤੱਕ ਉਹਦੀ ਤਾਲੀਮ ਜਿਹੜੀ ਹੈ ਨਾ ਉਹਨੂੰ ਲੈਣ ਤੋਂ ਲਾ ਛੜਿਆ ਸੀ, ਕਿਉਂਕਿ ਉਹਦੇ ਕੋਲ ਮੋਬਾਈਲ ਸੀ ਬਹੁਤ ਵੱਡਾ। ਜਿਹੜਾ ਅਸਲ ਤੁਹਾਨੂੰ ਅਸੀਂ ਗੱਲ ਦੱਸਣ ਲਿਆ ਕਿ ਮੋਬਾਈਲ ਅਗਰ ਧੀਆਂ ਪੁੱਤਰਾਂ ਨੂੰ ਦਿੰਦੇ ਹੋ ਨਾ ਤੇ ਇਹਦੇ ਵੱਲ ਧਿਆਨ ਵੀ ਰੱਖਿਆ ਕਰੋ ਔਰ ਵੇਖਿਆ ਵੀ ਕਰੋ ਵੀ ਇਹ ਕੀ ਇਸਤੇਮਾਲ ਕਰਦੇ ਨੇ। ਔਰ ਕਦੇ ਵੀ ਇਹ ਧੀ ਪੁੱਤਰ ਦਾ ਨਾ ਜਿਹੜਾ ਤੁਸੀਂ ਫਟਾਫਟ ਕਮਰਾ ਵੱਖਰੇ ਕਰ ਛੱਡਦੇ ਹੋ ਨਾ ਵੀ ਇਸ ਕਮਰੇ 'ਚ ਨਹੀਂ ਕਿਸੇ ਨੇ ਜਾਣਾ ਜੀ, ਇਹਦੇ ਵਿੱਚ ਸਾਡੀ ਧੀ ਜਾਣੇ ਤੇ ਉਹਦਾ ਕੰਮ ਜਾਣੇ, ਉਹ ਸਾਰੀ ਰਾਤ ਨੈੱਟ ਤੇ ਸਾਰੀ ਰਾਤ ਜਨਾਬ ਮੇਰੀ ਸਵੇਰੇ ਉਹਨੂੰ ਨਮਾਜ਼ ਵਾਸਤੇ ਉਠਾਉਂਦੇ ਆ ਤੇ ਉਹਨੂੰ ਜਨਾਬ ਮੇਰੀ ਹੋਸ਼ ਹੀ ਕੋਈ ਨਹੀਂ ਹੁੰਦੀ, ਉਸ ਵੇਲੇ ਤੇ ਉਹ ਸੁੱਤੀ ਹੈ। ਉਹਦੇ ਵਿੱਚ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਕਿ ਬਈ ਉਹ ਪੈਸੇ ਵੀ ਗਏ ਤੇ ਉਹ ਪਤਾ ਲੱਗਿਆ ਜਨਾਬ ਮੇਰੀ ਕਿ ਉਹ ਘਰ ਕੋਈ ਨਹੀਂ ਹੈ ਵੀ। ਅੱਜ ਕੱਲ ਪਰਸੋਂ ਸਾਰੇ ਰਿਸ਼ਤੇਦਾਰਾਂ ਦੇ ਇੱਧਰ ਵਾਹ ਜਨਾਬ ਮੇਰੀ ਜਿਸ ਵੇਲੇ ਫੈਲ ਗਈ, ਸਾਰਿਆਂ ਨੂੰ ਪਤਾ ਲੱਗਾ ਤੇ ਉਹ ਪਤਾ ਲੱਗਾ ਜੀ ਕਰਾਚੀ ਟੁਰ ਗਈ। ਕਰਾਚੀ ਉਹਦੀ ਫਰੈਂਡਸ਼ਿਪ ਸੀ ਕੋਈ, ਉਹ ਕਰਾਚੀਓ ਫਿਰ ਜਨਾਬ ਮੇਰੀ ਇਹਨਾਂ ਦੇ ਵੀ ਕੋਈ ਸੋਰਸਸ ਕੋਈ ਜਨਾਬ ਮੇਰੀ ਤਰਲਾ ਵਾਸਤਾ ਤੇ ਮਿੰਨਤ ਮਥਾਜੀ ਨਾਲ ਕਰਾਚੀਓ ਜਾ ਕੇ ਉਹਨੂੰ ਵਾਪਸ ਲਿਆਂਦਾ ਬਈ ਤੈਨੂੰ ਹੁਣ ਵਿਆਹ ਕੇ ਟੋਰਨੇ। ਤੁਹਾਨੂੰ ਅਸਲ ਜਿਹੜੀ ਗੱਲ ਦੱਸ ਰਿਹਾ ਕਿ ਮੋਬਾਈਲ ਨੇ ਕਿੰਨਾ ਨੁਕਸਾਨ ਕੀਤਾ ਬਈ। ਕਿੱਥੇ ਕਰਾਚੀ ਤੇ ਨਾ ਕੋਈ ਕਬੀਲਾ, ਨਾ ਰਿਸ਼ਤਾ, ਨਾ ਗੱਲ, ਨਾ ਬਾਤ, ਨਾ ਜ਼ੁਬਾਨ, ਨਾ ਕੋਈ ਉਹਨਾਂ ਦਾ ਜਨਾਬ ਮੇਰੀ ਰਹਿਣ ਸਹਿਣ, ਨਾ ਕੋਈ ਬੋਲ ਚਾਲ, ਤੇ ਉਹ ਮੋਬਾਈਲ ਨੇ ਜਨਾਬ ਰਿਸ਼ਤੇਦਾਰੀ ਉਹਦੇ ਨਾਲ ਕੱਢ ਲਈ ਕਰਾਚੀ ਵਾਲੇ ਨਾਲ। ਉੱਥੋਂ ਫਿਰ ਲਿਆ ਕੇ ਤੇ ਇੱਥੇ ਹੁਣ ਉਹਦੀ ਇੱਥੇ ਵੀ ਭੈਣਾਂ ਭਰਾਵਾਂ 'ਚ ਵੀ ਕੋਈ ਇੱਜ਼ਤ ਨਾ ਰਹੀ। 70-80 ਲੱਖ ਹੁਣ ਉਹ ਬੀਬੀ ਉਹ ਬਾਜੀ ਵਿਚਾਰੇ ਇੰਨਾ ਰੋਂਦੇ ਨੇ ਵੀ ਮੈਂ ਇਹਨੂੰ ਪੜ੍ਹਾ ਲਿਖਾ ਕੇ ਇਸ ਵਾਸਤੇ ਵੱਡਾ ਕਰਕੇ ਤੇ ਜਨਾਬ ਮੇਰੀ ਕਿਸੇ ਉਹਦੇ ਵਾਸਤੇ ਇੰਨੀ ਤਾਲੀਮ ਵੀ ਦਵਾਈਏ, ਇਹਨੇ ਮੇਰਾ ਕੱਖ ਨਹੀਂ ਛੱਡਿਆ, ਠੀਕ ਹੈ। ਔਲਾਦ ਦੇ ਉੱਤੇ ਪੂਰੀ ਨਜ਼ਰ ਰੱਖੋ। ਇਹਨੂੰ ਮੋਬਾਈਲ ਜ਼ਰੂਰਤ ਵਾਸਤੇ ਜ਼ਾਹਰ ਮਜਬੂਰੀਆਂ ਨੇ। ਹੁਣ ਇਸ ਦੌਰ ਦੇ ਵਿੱਚ ਤੇ ਮੋਬਾਈਲ ਤੋਂ ਬਗੈਰ ਕੋਈ ਜ਼ਿੰਦਗੀ ਨਹੀਂ, ਕਿਉਂਕਿ ਮੋਬਾਈਲ ਨਾਲ ਹੀ ਦੁਨੀਆ ਦਾ ਸਰਕਟ ਹੀ ਹੁਣ ਚੱਲਦਾ ਪਿਆ ਕਿ ਹਰ ਚੀਜ਼ ਵਿੱਚ ਮੋਬਾਈਲ ਚਾਹੀਦਾ। ਲੇਕਿਨ ਮੋਬਾਈਲ ਨੂੰ ਇਸਤੇਮਾਲ ਕਰਨ ਦਾ ਜਿਹੜਾ ਤਰੀਕਾ ਹੈ ਨਾ ਉਹਦੇ ਉੱਤੇ ਲਾਜ਼ਮੀ ਨਜ਼ਰ ਰੱਖੋ ਕਿ ਵੀ ਇਹ ਕਿੱਥੇ ਯੂਜ਼ ਹੁੰਦਾ ਪਿਆ, ਠੀਕ ਹੈ ਨਾ। ਨਹੀਂ ਤੇ ਫਿਰ ਇਸ ਤਰ੍ਹਾਂ ਦੇ ਹਾਦਸਾਤੀ ਜਨਾਬ ਮੇਰੀ ਸਮਝ ਲਓ ਵੀ ਡੇਲੀ ਹੁੰਦੇ ਰਹਿੰਦੇ ਨੇ ਲੋਕਾਂ ਨਾਲ। ਵੀ ਹੁਣ ਕਰੋੜ ਰੁਪਈਆ ਵੀ ਗਿਆ ਤੇ ਉਹ ਧੀ ਪੁੱਤਰ ਵੀ ਕਿਸੇ ਕੰਮ ਦਾ ਨਾ ਰਿਹਾ ਤੇ ਹੁਣ ਉਹ ਅਗਲੀ ਗੱਲ ਹੁਣ ਤੁਹਾਨੂੰ ਕੀ ਦਸੀਏ ਵੀ ਉਹ ਫਿਰ ਦੁਬਾਰਾ ਟੁਰ ਗਈ। ਲਿਆਂਦੀ ਸੀ ਵੀ ਵਿਆਹ ਕੇ ਦੇਵਾਂਗੇ,
ਜਦੋਂ ਇੱਥੇ ਆਏ ਇਹਨਾਂ ਨੇ ਕਿਹਾ ਨਹੀਂ ਅਸੀਂ ਉੱਥੇ ਨਹੀਂ ਦੇਣਾ ਵੀ, ਤੇ ਹੁਣ ਉਹ ਦੁਬਾਰਾ ਫੇਰ ਨਾ ਲੱਭਣ ਦੀ ਵਜ੍ਹਾ ਇਹ ਹੀ ਹੈ ਵੀ ਉਹ ਫੇਰ ਦੁਬਾਰਾ ਟੁਰ ਗਈ ਹੈ। ਤੇ ਹੁਣ ਉਹਨੂੰ ਇਹਨਾਂ ਨੇ ਕੀ ਲਿਆਉਣਾ ਤੇ ਲਿਆ ਕੇ ਕਰਨ ਦੇ ਵੀ ਉਹਦਾ ਕੀ, ਠੀਕ ਹੈ। ਤੇ ਮਕਸਦ ਸੀ ਦੱਸਣ ਦਾ ਕਿ ਬਈ ਧੀਆਂ ਤੇ ਵੀ ਤੇ ਪੁੱਤਰਾਂ ਤੇ ਵੀ ਸਾਡੇ ਇਹਨਾਂ ਨਾਲੋਂ ਸਾਨੂੰ ਦੁਨੀਆ ਤੇ ਕੋਈ ਸ਼ੈ ਚੰਗੀ ਨਹੀਂ ਹੁੰਦੀ, ਧੀ ਪੁੱਤਰ ਤੋਂ ਅੱਗੇ ਕੋਈ ਸ਼ੈ ਨਹੀਂ ਹੁੰਦੀ। ਲੇਕਿਨ ਉਹਦੀ ਤਰਬੀਅਤ ਕਰਦਿਆਂ ਹੋਇਆ ਨਾ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਕਰੋ ਵੀ ਇਹਦਾ ਬਹਿਣ ਉੱਠਣ, ਇਹਦਾ ਬੋਲ ਚਾਲ, ਇਹਦਾ ਮੋਬਾਈਲ, ਇਹਦਾ ਵਜ੍ਹਾ ਕਤਾ, ਇਹਦੇ ਤੇ ਪੂਰੀ ਨਜ਼ਰ ਰੱਖਿਆ ਕਰੋ। ਕਿਉਂਕਿ ਇਸ ਜ਼ਿੰਦਗੀ ਦੇ ਵਿੱਚ ਨਾ ਇਸ ਉਮਰ ਦੇ ਵਿੱਚ ਬੜੇ ਐਸੇ ਗਲਤ ਕਦਮ ਚੁੱਕ ਕੇ ਤੇ ਫਿਰ ਬਾਅਦ ਦੇ ਵਿੱਚ ਪਛਤਾਵੇ ਤੋਂ ਇਲਾਵਾ ਕੋਈ ਸ਼ੈ ਹੱਥ ਨਹੀਂ ਆਉਂਦੀ। ਦੁਆਵਾਂ ਯਾਦ ਰੱਖਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਾਸਲਾਮ।